verb and objects they constitute a sentence और ਇਹਦੇ ਵਿੱਚ ਆਪਾਂ ਇਸ ਟੌਪਿਕ ਦੇ ਅੰਦਰ ਇਹ ਦੇਖਦੇ ਹਾਂ ਕਿ ਸਬਜੈਕਟ ਤੇ ਵਰਬ ਆਪਸ ਦੇ ਵਿੱਚ ਅਗਰੀ ਕਰਦੇ ਹਨ ਕਿ ਨਹੀਂ I am going to take one example. For example, I dash a person, a humble person. ਤੁਹਾਡੇ ਦਿਮਾਗ ਦੇ ਵਿੱਚ ਇੱਕਦਮ ਕੀ ਆਂਦਾ ਹੈ ਕਿ ਮੈਂ ਇੱਥੇ ਕੀ ਪੜਾਂ I dash a humble person. Yes. What comes to your mind? What strikes your mind? Yes, please. Anyone? Right. Either it comes am. Most of the times we think it is am. But if I say there are more options, is an option, am is an option, are, was, were, had, etc. But out of all of these, you chose am because the subject over here is I ਤੇ am ਜਿਹੜਾ ਹੈਗਾ ਉਹ verb ਹੈ ਔਰ I ਦੇ ਨਾਲ am it agrees with that, it goes with that, ਹੈ ਨਾ ਉਹਦੇ accordingly rules and regulations ਦੇ accordingly ਆਪਾਂ I ਦੇ ਨਾਲ am ਹੀ ਲਗਾਨੇ ਹਾਂ I am a humble person, so that is the correct option, right? So this is how we go about. ਇਸ ਤੋਂ ਇਲਾਵਾ ਮੰਨ ਲਓ there is another option, they dash playing. ਇੱਥੇ ਕੀ ਆ ਸਕਦਾ ਹੈ they dash playing Are. yes are ਹੈ ਨਾ so they is a subject and are comes with that, right? So ਹੁੰਦਾ ਕੀ ਹੈ there can be one more example which makes it clear. ਉਹ ਕਿਹੜੀ ਹੈ she dash going. ਇੱਥੇ ਕੀ ਆ ਸਕਦਾ ਹੈ she dash going ਸ਼ਾਬਾਸ਼ is right is she is going. so she ਦੇ ਨਾਲ is ਆਇਆ ਦੇ ਨਾਲ are ਆਇਆ I ਦੇ ਨਾਲ am ਆਇਆ. got it? now all of these subjects are agreeing with the verb. They are in agreement with the verb. That is, there is a grammatically, technically, logically correct sentence. Grammatically correct sentence. ठीक है? ਹੁਣ ਆਪਾਂ ਗੱਲਾਂ ਕਰਾਂਗੇ ਕਿ ਕਿਹੜੀਆਂ ਐਸੀਆਂ ਚੀਜ਼ਾਂ ਹੈਗੀਆਂ ਜਿਹਦੇ ਤੋਂ ਆਪਾਂ ਮਤਲਬ ਕਈ ਟਾਈਪਸ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਜਾ ਸਕਦਾ ਹੈ. ਫੋਰ ਐਗਜ਼ਾਮਪਲ there are some singular verbs, right? singular verbs ਕਿਹੜੇ ਹੋ ਸਕਦੇ ਹੈ ਜਿਵੇਂ ਕਿ singular verbs ਜਿਵੇਂ ਕਿ ਕਿਹੜੇ ਹੋ ਸਕਦੇ ਬੇਟਾ is, am, was, has ਵਗੈਰਾ, right? ਇਹ ਸਾਰੇ singular verbs ਹੋ ਸਕਦੇ. ਇਸ ਤੋਂ ਇਲਾਵਾ ਕੀ ਹੋ ਸਕਦੇ ਹੈ plural verbs ਹੋ ਸਕਦੇ ਹੈ, right? plural verbs ਹੋ ਸਕਦੇ ਹੈ. plural verbs ਦੇ ਵਿੱਚ ਕਿਹੜੇ ਆ ਸਕਦੇ yes plural verbs ਦੇ ਵਿੱਚ for example yes are ਹੋ ਸਕਦਾ ਹੈ were ਹੋ ਸਕਦਾ ਹੈ right have ਹੋ ਸਕਦਾ ਹੈ right ਲੇਕਿਨ ਕੁਝ ਐਸੇ ਹੁੰਦੇ ਆ ਜਿਹੜੇ ਸਿੰਗੂਲਰ ਤੇ ਪਲੂਰਲ ਦੋਨਾਂ ਲਈ ਯੂਜ਼ ਹੋ ਸਕਦੇ ਹੈ ਰਾਈਟ ਸਿੰਗੂਲਰ ਜਿਹੜੇ ਸਬਜੈਕਟਸ ਹੈਗੇ ਉਹਨਾਂ ਲਈ ਉਹ ਵਰਬਸ ਯੂਜ਼ ਹੋ ਸਕਦੇ ਪਲੂਰਲ ਸਬਜੈਕਟਸ ਹੈਗੇ ਉਹਨਾਂ ਦੇ ਲਈ ਯੂਜ਼ ਹੋ ਸਕਦੇ ਤਾਂ ਐਸੇ ਨੂੰ ਆਪਾਂ ਕਾਮਨ ਕਹਿ ਸਕਦੇ ਹਾਂ ਕਾਮਨ ਵਰਬਸ ਸੋ ਕਾਮਨ ਵਰਬਸ ਕਿਹੜੇ ਹੋ ਗਏ ਜਿਵੇਂ ਕਿ had ਕਾਮਨ ਕਿਹੜਾ ਹੋ ਗਿਆ ਜਿਵੇਂ ਕਿ had ਰਾਈਟ got it? so singular verbs ਹੋ ਗਏ plural verbs ਹੋ ਗਏ common verbs ਹੋ ਗਏ ਇਹ ਤਾਂ ਹੋ ਗਏ ਸਾਰੇ helping verbs right these are all helping verbs ਕੁਝ ਕੁ ਜਿਹੜੇ finite verbs ਹੁੰਦੇ ਜਿਹੜੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਜਿਵੇਂ ਕਿ regular verbs irregular verbs finite verbs ਹੈ ਨਾ ਦਾ ਪਾਰਟ ਦੇ ਟਾਈਪਸ ਹੈਗੀਆਂ ਉਹ finite verbs ਹੋ ਗਏ ਜਿਵੇਂ ਕਿ ਜਿਹੜੇ ਤੁਸੀਂ ਨੋਰਮਲ ਕਾਮਨ ਐਕਸ਼ਨ ਵਰਡਸ ਜਿਨ੍ਹਾਂ ਨੂੰ ਕਹਿੰਦੇ ਹੋ ਫਾਈਨਾਈਟ ਵਰਬਸ ਫॉर ਐਗਜ਼ਾਮਪਲ go ਜਾਂ goes right then catch
catches, ask, asks, etc. ये सारे केड़े हो गए finite verbs. All clear till here? Yes or no? ठीक है जी, ਇੰਨਾ Yes, ma'am. ਨੋਰਮਲ ਆਪਾਂ ਜਿਹੜਾ ਹੈਗਾ ਕਰ ਲਿਆ। ਕੁਝ ਕੁ ਜਗ੍ਹਾ ਤੇ ਆਪਾਂ ਹੋਰ ਹੈਲਪਿੰਗ ਵਰਬਸ ਦੀ ਵੀ ਯੂਜ਼ ਕਰਦੇ ਹਾਂ, ਜਿਵੇਂ ਕਿ ਹੋਰ ਹੈਲਪਿੰਗ ਵਰਬਸ ਕਿਹੜੇ ਹੋ ਸਕਦੇ ਆ, ਜਿਵੇਂ ਕਿ ਡੂ, ਡਜ਼, ਰਾਈਟ, ਡਿਡ ਵਗੈਰਾ, ਡੂ, ਡਜ਼, ਡਿਡ ਵਗੈਰਾ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਕਿੱਥੇ ਕਿੱਥੇ ਲੱਗਣੀਆਂ ਹੈ, ਜਿਹੜੇ ਸਬਜੈਕਟਸ ਦੇ ਨਾਲ ਜਿਹੜੀ ਵਰਬ ਜਾਏਗੀ ਉਹ ਆਪਸ ਦੇ ਵਿੱਚ ਕੀ ਅਗਰੀ ਕਰਦੀ ਹੈ ਜਾਂ ਨਹੀਂ ਕਰਦੀ, ਦੈਟਸ ਦਾ ਐਂਟਾਇਰ ਪੁਆਇੰਟ, ਠੀਕ ਹੈ। ਹੁਣ ਆਪਾਂ ਫਰਦਰ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਿੰਗੂਲਰ ਹੈਲਪਿੰਗ ਵਰਬਸ ਦੀ, ਠੀਕ ਹੈ। ਸਿੰਗੂਲਰ ਹੈਲਪਿੰਗ ਵਰਬਸ, ਨਾਓ ਲੈਟਸ ਕਮ ਟੂ ਦੈਟ ਟੌਪਿਕ, ਸਿੰਗੂਲਰ ਹੈਲਪਿੰਗ ਵਰਬਸ। ਸਿੰਗੂਲਰ ਹੈਲਪਿੰਗ ਵਰਬਸ ਦੇ ਵਿੱਚ ਹੁਣੇ ਆਪਾਂ ਗੱਲ ਕੀਤੀ ਸੀ, 4 ਤਰ੍ਹਾਂ ਦੇ ਆਪਾਂ ਵਰਡਸ ਦੇਖੇ ਸੀ, is, am, was ਤੇ has. Got it? is, am, was ਤੇ has. ਹੁਣ ਆਪਾਂ ਐਗਜ਼ਾਮਪਲਸ ਦੇ ਨਾਲ ਇਹਨੂੰ ਕਲੀਅਰ ਕਰਦੇ ਹਾਂ। 10 12 15 ਐਗਜ਼ਾਮਪਲਸ ਕਰਾਂਗੇ ਜਿਹਦੇ ਤੋਂ ਇਹ ਚੀਜ਼ਾਂ ਬਿਲਕੁਲ ਕਲੀਅਰ ਹੋ ਜਾਣਗੀਆਂ। ਲੈਟਸ ਟੇਕ ਵਨ ਐਗਜ਼ਾਮਪਲ, I dash a kind person. Yes, ਕੀ ਆਏਗਾ ਇਹਨਾਂ ਚੋਂ, Am. right? I am a kind person. So this is the first condition. First condition ਕੀ ਕਹਿੰਦੀ ਹੈ ਕਿ I ਦੇ ਨਾਲ ਹਮੇਸ਼ਾ am ਆਏਗਾ। Now second condition ਕੀ ਹੋਗੀ ਬੇਟਾ, second condition is he, she, it ਤੇ ਸਿੰਗੂਲਰ ਦੇ ਨਾਲ। ਸੋ ਪਹਿਲੀ ਕੰਡੀਸ਼ਨ ਦੇ ਵਿੱਚ ਆਪਾਂ ਲਗਾ ਦਿੱਤਾ I ਦੇ ਨਾਲ ਹਮੇਸ਼ਾ am ਆਏਗਾ, ਜਾਂ ਫਿਰ ਜੇ ਪਾਸਟ ਟੈਂਸ ਦੇ ਵਿੱਚ ਹੈ ਤਾਂ was ਵੀ ਆ ਸਕਦਾ ਹੈ, ਪਰ ਇਸ ਕੰਡੀਸ਼ਨ ਦੇ ਵਿੱਚ I am a kind person ਕਿਉਂਕਿ ਪ੍ਰੈਜ਼ੈਂਟ ਟੈਂਸ ਦੀ ਗੱਲ ਹੋ ਰਹੀ ਹੈ, ਠੀਕ ਹੈ। I am a kind person, right? ਸੈਕੰਡ ਕੰਡੀਸ਼ਨ ਕੀ ਹੈ, he, she, ਇਹ ਸਾਰਾ ਟੈਂਸਸ ਬੇਸਡ ਹੈ ਬੇਟਾ, he, she, it ਜਾਂ ਸਿੰਗੂਲਰ ਦੇ ਨਾਲ, ਇਹਨਾਂ ਦੇ ਨਾਲ ਕੀ ਆਂਦਾ ਹਮੇਸ਼ਾ is ਜਾਂ ਫਿਰ was as per the condition, right? past tense ਹੋਵੇ ਤਾਂ was ਆਏਗਾ, ਜਾਂ ਫਿਰ ਜੇ present condition ਹੈ ਤਾਂ is ਆਏਗਾ, present tense ਆਏਗਾ ਤਾਂ। for example ਆਪਾਂ he ਦੇ ਨਾਲ ਲਗਾ ਕੇ ਦੇਖਦੇ ਹਾਂ, he dash a boy, ਕੀ ਆ ਜਾਏਗਾ, he is a boy, she dash a girl, again is, right? it dash a dog, it is a dog. singular कोई भी ले सकते हो, a child dash playing, yes is है ना, जे ਤਾਂ है present conditions, ਜੇ past ਹੁੰਦੀਆਂ ਤਾਂ ਸਾਰੀਆਂ past conditions ਦੇ ਵਿੱਚ ਕੀ ਲੱਗ ਜਾਂਦਾ, past conditions ਦੇ ਵਿੱਚ ਸਾਰੀਆਂ conditions ਦੇ ਵਿੱਚ was ਲੱਗ ਜਾਣਾ ਸੀ। got it? now coming to the next condition, third condition ਕੀ ਕਹਿੰਦੀ ਹੈ, with amount of money, ਜੇ ਤਾਂ ਮੈਂ ਇਹ ਕਹਾਂ ਮੇਰੇ ਕੋਲ 10 ਰੁਪਏ ਹਨ, with amount of money, ਜੇ ਮੈਂ ਕਹਾਂ ਮੇਰੇ ਕੋਲ 10 ਰੁਪਏ ਹਨ ਤਾਂ ਉਹ ਤਾਂ ਹੋ ਜਾਏਗਾ ਪਲੂਰਲ, ਜੇ ਹੋਵੇ ਮੇਰੇ ਕੋਲ ਬਹੁਤ ਸਾਰਾ ਧਨ ਹੈ, ਰਾਈਟ, ਜੇ ਹੋਵੇ ਮੇਰੇ ਕੋਲ ਬਹੁਤ ਸਾਰਾ ਧਨ ਹੈ ਤਾਂ ਉਹਦਾ ਮਤਲਬ ਧਨ ਜਿਹੜਾ ਹੈ ਦੈਟ ਇਜ਼ ਸਿੰਗੂਲਰ, ਰਾਈਟ। ਫॉर एग्जांपल ਕਿੰਨੇ ਹਜ਼ਾਰ ਰੁਪਏ ਬਣਾ ਲਈਏ, 50,000 ਰੁਪਏ, 50,000 rupees, 50,000 rupees dash a lot of money, ਕੀ ਆ ਜਾਏਗਾ, is MR, has a lot of money, no, 50,000 rupees has a lot of money, यानी कि 50,000 रुपया कोल बहुत सारा धन है, no, has मतलब belong करता है, no, it can't be,
50,000 रुपीज़ है, yes, is a lot of money. 50,000 रुपीज़ इज़ अ लॉट ऑफ मनी, यानी कि 50,000 रुपये बहुत सारा धन है, राइट. तो अ लॉट ऑफ मनी इज़ यूज्ड इन द सिंगुलर फॉर्म, राइट. अ लॉट ऑफ मनी, बहुत सारा धन है. ਆਪਾਂ ਇਹ ਤਾਂ ਨਹੀਂ ਕਹਿੰਦੇ ਬਹੁਤ ਸਾਰੇ ਧਨ ਹਨ. No, we don't say that. So a lot of money is used in the singular sense. That's why we use is or was with this. Got it? So with amount of money, what do we use? Singular verb. Fourth condition. Fourth example. For example, period of time. Period of time. With period of time. Of time. For example, 10 minutes time dash allowed for you. ਕੀ ਆਏਗਾ? Yes, 10 minutes time dash allowed for you. 10 minutes का वक्त is, right? 10 minutes time is allowed for you, right? So 10 ਮਿੰਟ ਦਾ ਵਕਤ ਤੁਹਾਡੇ ਲਈ ਅਲਾਉ ਕੀਤਾ ਜਾਂਦਾ ਹੈ, ਨਾਟ ਕੀਤੇ ਜਾਂਦੇ ਹਨ. 10 ਮਿੰਟ ਦੇ ਵਕਤ ਅਲਾਉ ਨਹੀਂ ਕੀਤੇ ਜਾਂਦੇ, 10 ਮਿੰਟ ਦਾ ਵਕਤ ਅਲਾਉ ਕੀਤਾ ਜਾਂਦਾ ਹੈ. Next, yes Mandeep, hold on. हाँ जी बेटा बोलो. Is because we are talking about लंबी वाट है, लंबी वाट हन नहीं, लंबा रास्ता है, लंबे रास्ते हन नहीं. So एक लंबा रास्ता है, because this is a singular sense verb, right? Sixth condition, with news. ਨਿਊਜ਼ ਦੇ ਲਈ ਆਪਾਂ ਹੋਰ ਅੱਜ ਦੀ ਕੀ ਖਬਰ ਹੈ ਜਾਂ ਅੱਜ ਦੀਆਂ ਕੀ ਖਬਰਾਂ ਹਨ. ਨਿਊਜ਼ ਜਿਹੜਾ ਹੈ ਉਹ ਜ਼ਿਆਦਾਤਰ ਜਦੋਂ ਤੱਕ ਆਪਾਂ ਇਹ ਕਹੀਏ ਕਿ 5 ਨਿਊਜ਼ 6 ਨਿਊਜ਼ ਜਾਂ ਕੋਈ ਨੰਬਰ ਨਾ ਦੱਸਿਆ ਜਾਏ, ਤਦ ਤੱਕ ਨਿਊਜ਼ ਇਜ਼ ਯੂਜ਼ਡ ਇਨ ਦ ਸਿੰਗੂਲਰ ਸੈਂਸ. ਫॉर एग्जांपल, this news for you can see this news मतलब ਇਹ ਵਾਲੀ ਖਬਰ, ਹਾਲਾਂਕਿ ਨਿਊਜ਼ ਹੈ ਪਰ ਨਿਊਜ਼ ਦਾ ਆਪਾਂ ਸਿੰਗੂਲਰ ਖਬਰ ਦੀ ਗੱਲ ਕਰ ਰਹੇ ਹਾਂ. ਕਿਉਂਕਿ this ਦੇ ਨਾਲ ਗੱਲ ਹੋਈ ਹੋਈ. this is singular. this news dash interesting. ਕੀ ਆ ਜਾਏਗਾ? this news dash interesting. yes, this news is interesting, right? ਇਹ ਤੁਹਾਨੂੰ ਕਿਸ ਤਰ੍ਹਾਂ ਦੀ ਸੈਂਸ ਦੇ ਵਿੱਚ ਕੁਐਸਚਨਸ ਆ ਸਕਦੇ ਆ ਜਿੱਥੇ ਕਿ ਕਰੈਕਟ ਦਾ ਸੈਂਟੈਂਸਸ ਹੋਣ, ਉੱਥੇ ਸਬਜੈਕਟ ਵਰਬ ਅਗਰੀਮੈਂਟ ਦਾ ਬਹੁਤ ਜ਼ਿਆਦਾ ਰੋਲ ਹੁੰਦਾ. Did you get it up to here? All clear till now? This news is interesting, right? Now coming to the next part, that is next example, 7th example. ਜਦੋਂ ਆਪਾਂ ਕੁਝ ਐਸੇ ਸਬਜੈਕਟਸ ਦੀ ਗੱਲ ਕਰੀਏ ਜਿਹੜੇ ਕਿ ending up with s ਹੋਣ, right? Subjects ending in s. Just give me an example of any subject ending in s. yes, ਤੁਸੀਂ ਪੜ੍ਹੇ ਹੋਣੇ ਆ, ਸ਼ਾਬਾਸ਼. social studies, right? ਹੋਰ physics, civics, economics नहीं, students नहीं, मैं subjects मतलब विषय subjects मतलब विषय. वो सब्जेक्ट वर्ब अग्रीमेंट वाला नहीं, सब्जेक्ट्स मीन्स विषय. ठीक है? सो किहड़े सब्जेक्ट्स जिहड़े तुसी पढ़े हुए हैं? अकाउंट्स, यस, अकाउंट्स. civics, mathematics, yes, accounts dash a difficult subject. For example, this is the difficult subject. की आ जाएगा?
अ डिफिकल्ट सब्जेक्ट एक औखा विषा है ਤਾਂ is आ जाएगा accounts is a difficult subject right similarly mathematics या maths similarly civics similarly physics similarly economics similarly politics right economics politics political science भी हो सकता है politics then we have social studies right so all of these are referring to just one subject ਇੱਕ ਵਿਸ਼ੇ ਦੀ ਗੱਲ ਕਰ ਰਹੇ ਹੈ social studies ਸੋ ਜੇ ਇਹਨਾਂ ਸਾਰਿਆਂ ਬਾਰੇ ਗੱਲ ਕਰੀਏ ਤਾਂ ਸਿੰਗੂਲਰ ਇੱਕ ਸਬਜੈਕਟ ਹੈਗਾ ਸੋ ਇਸ ਕਰਕੇ ਇਹਦੇ ਵਿੱਚ is ਆਏਗਾ all good till here digestible coming to 8th example ਹਾਂ ਹੁਣ ਜਿਹੜਾ ਕਰਨ ਜਾ ਰਹੇ ਹਾਂ ਉਹ ਬੜਾ ਯੂਨੀਕ ਹੈ ਬਹੁਤ ਸਾਰੇ ਲੋਕਾਂ ਨੂੰ ਗਲਤੀ ਕਰਦੇ ਹੋਏ ਮੈਂ ਸੁਣਿਆ ਦੇਖਿਆ 8th condition when we have one of plus plural noun ਇਹਦੇ ਨਾਲ ਵੀ is ਦਾ ਹੀ ਯੂਸੇਜ ਹੁੰਦਾ ਹੈ ਸਿੰਗੂਲਰ ਵਰਬ ਦਾ ਹੀ ਯੂਸੇਜ ਹੁੰਦਾ ਹੈ one of plus plural noun ਕਿਵੇਂ ਇੱਦਾਂ ਨਹੀਂ ਸਮਝ ਲੱਗੇਗਾ ਐਗਜ਼ਾਮਪਲ ਦੇ ਨਾਲ ਸਮਝ ਲੱਗੇਗਾ ਫॉर एग्जाम्पल मेरे बहुत सारे दोस्त हैं उन्होंने विचों एक दोस्त मैनू मिलन आ रहा है या आ रही है राइट वन ऑफ माई फ्रेंड्स डैश कमिंग की आ जाएगा यस वन ऑफ माई फ्रेंड्स डैश कमिंग की आ जाएगा Is. कमिंग राइट इज कमिंग ਇਹਦਾ ਮਤਲਬ ਦੇਖਣ ਨੂੰ ਇੱਕ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਚੀਜ਼ ਦੱਸੂਗੀ ਇਸ 'ਚ ਦੈਟ ਇਜ਼ ਕਾਲਡ ਲਾਅ ਆਫ ਪ੍ਰੋਕਸੀਮਿਟੀ ਲਾਅ ਆਫ ਪ੍ਰੋਕਸੀਮਿਟੀ ਕੀ ਕਹਿੰਦਾ ਹੈ ਕਿ ਜਿਹੜੀ ਫਿਲਅਪ ਦੇ ਨੇੜੇ ਦਾ ਕੁਝ ਵੀ ਜਿਹੜਾ ਸਬਜੈਕਟ ਲਿਖਿਆ ਹੋਇਆ ਹੈ ਉਹਦੇ ਅਕੋਰਡਿੰਗਲੀ ਫਿਲਅਪ ਭਰੀ ਜਾਂਦੀ ਹੈ ਪਰ ਕਈ ਐਕਸੈਪਸ਼ਨਲ ਕੇਸਿਸ ਹੈਗੇ ਆ ਸੋ ਇਹ ਇੱਕ ਐਕਸੈਪਸ਼ਨਲ ਕੇਸ ਹੈ ਪ੍ਰੋਕਸੀਮਿਟੀ ਹੁੰਦਾ ਹੈ ਜਿਵੇਂ ਬਹੁਤ ਨਜ਼ਦੀਕ ਹੋਣਾ ਸੋ ਫਿਲਅਪ ਦੇ ਜਿਹੜਾ ਬਿਲਕੁਲ ਨਜ਼ਦੀਕ ਹੈ ਉਹ ਫਰੈਂਡਸ ਹੈ ਉਹ ਪਲੂਰਲ ਹੈ ਲੇਕਿਨ ਕਿਉਂਕਿ ਆਪਾਂ ਸਾਰਾ ਜ਼ੋਰ ਕਿਹਦੇ ਤੇ ਲਗਾ ਰਹੇ ਹਾਂ ਵਨ ਆਫ ਮਾਈ ਫਰੈਂਡਸ ਸੋ ਜ਼ੋਰ ਸਾਰਾ ਕਿਹਦੇ ਤੇ ਚਲਾ ਗਿਆ ਫੋਕਸ ਕਿਹਦੇ ਤੇ ਚਲਾ ਗਿਆ ਵਨ ਤੇ ਇੱਕ ਦੋਸਤ ਤੇ ਫਰੈਂਡਸ ਨੂੰ ਦੇਖ ਕੇ ਲੱਗੇਗਾ ਆਰ ਆਣਾ ਚਾਹੀਦਾ ਨਹੀਂ ਆਪਾਂ ਕਹਿ ਰਹੇ ਹਾਂ ਬਹੁਤ ਸਾਰੇ ਦੋਸਤਾਂ ਦੇ ਵਿੱਚੋਂ ਇੱਕ ਦੋਸਤ ਆ ਰਿਹਾ ਹੈ ਜਾਂ ਰਹੀ ਹੈ ਗॉट इट ठीक चलो दैट इज गुड 9th कंडीशन की आ गई yes there 9th condition is there ਦੇ ਨਾਲ plus singular noun ਜਦੋਂ ਵੀ singular noun for example there dash a computer in my office हाँ जी ਕੀ ਆਏਗਾ in my office Is. हाँ ਕਿਵੇਂ ਆਏਗਾ ਕਿਉਂਕਿ ਆਪਾਂ ਇੱਕ ਕੰਪਿਊਟਰ ਦੀ ਗੱਲ ਕਰ ਰਹੇ ਹਾਂ ਰਾਈਟ so that's why we are talking about there is a computer in my office right so ਇਸ ਕਰਕੇ ਇਹ ਆਏਗਾ there is a computer in my office got it chalo 10th condition now 10th condition with weight with units right units ਦੇ ਵਿੱਚ ਆਪਾਂ distance ਕਰ ਲਿਆ units ਦੇ ਵਿੱਚ ਆਪਾਂ time ਦਾ period ਕਰ ਲਿਆ amount of money ਕਰ ਲਿਆ ਹੁਣ ਆਪਾਂ weight ਦੀ ਗੱਲ ਕਰਦੇ ਹਾਂ ਠੀਕ ਹੈ weight 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 ਜਾਂ ਫਿਰ ਵਜ਼ਨ ਜਿਹਨੂੰ ਕਹਿੰਦੇ ਆ ठीक है for example 50 kilograms ਹੁਣ ਇੱਥੇ kilograms है ना plural है dash a lot of weight लेकिन a lot of weight ਦੀ ਗੱਲ ਕਰ ਰਹੇ हैं 50 किलो बहुत सारा वजन है कि बहुत सारे वजन हैं 50 किलो बहुत सारा वजन है राइट सो इज अ लॉट ऑफ वेट गुड राइट नेक्स्ट वन इज विद 1 यूनिट हुन ये बहुत यूनिक हैगा
ਇਹ ਬਹੁਤ ਐਕਸੈਪਸ਼ਨਲ ਜੀ ਚੀਜ਼ ਹੈਗੀ ਹੈ। ਫੋਰ ਐਗਜ਼ਾਮਪਲ ਆਪਾਂ ਟਰੈਕਟਰ ਦੇ ਨਾਲ ਟਰੋਲੀ ਨੂੰ ਐਂ ਕਹਿੰਦੇ ਟਰੈਕਟਰ ਟਰੋਲੀ, ਬ੍ਰੈਡ ਐਂਡ ਬਟਰ, ਰਾਈਟ, ਹਾਰਸ ਕਾਰਟ, ਬੁਲਕ ਕਾਰਟ। ਸੋ ਇੱਦਾਂ ਦੀਆਂ ਜਿੰਨੀਆਂ ਵੀ ਇੱਕ ਯੂਨਿਟ ਵਾਲੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਜਿਹਦੇ ਦੋ ਪਾਰਟਸ ਆਪਸ ਦੇ ਵਿੱਚ ਇਨਸੈਪਰੇਬਲ ਹੈ, ਰਿਲੇਟੇਬਲ ਹੈਗੇ, ਇੱਕ ਦੂਜੇ ਦੇ ਨਾਲ ਹੀ ਐਗਜ਼ਿਸਟ ਕਰਦੇ ਹੈ, ਉਸ ਨੂੰ ਵੀ ਆਪਾਂ ਇੱਕ ਯੂਨਿਟ ਲੈ ਕੇ ਚੱਲਦੇ ਹਾਂ। ਫੋਰ ਐਗਜ਼ਾਮਪਲ ਕੀ ਕਵਾਂਗੇ ਇਹਨੂੰ, ਵਿਦ 1 ਯੂਨਿਟ, ਵਿਦ ਸਿੰਗਲ unit, with 1 unit of 2 parts, ਜਿਵੇਂ ਕਿ bread and butter, ਰੋਜ਼ੀ ਰੋਟੀ, bread and butter मतलब ਰੋਜ਼ੀ ਰੋਟੀ, ਇਹਦਾ ਪੰਜਾਬੀ ਦਾ ਮਤਲਬ ਹੈਗਾ ਰੋਜ਼ੀ ਰੋਟੀ। ਹੋਰ bread and bread ਲਿਖਦਾ, bread and butter, ਰੋਜ਼ੀ ਰੋਟੀ। ਇਹ ਡੈਸ਼ ਨੀਡਡ ਟੂ ਲਿਵ, ਹਾਂਜੀ, ਰੋਜ਼ੀ ਰੋਟੀ ਚਾਹੀਦੀ ਹੈ ਜੀਣ ਲਈ। ਸੋ bread and butter is considered to be a single unit, is needed to live, right? Similarly tractor trailer ਦੀ ਗੱਲ ਕਰ ਸਕਦੇ ਹਾਂ ਆਪਾਂ, ਬੁਲਕ ਕਾਰਟ, ਟਰੈਕਟਰ, ਟ੍ਰੇਲਰ, ਜਿਹਨੂੰ ਟਰਾਲੀ ਕਹਿੰਦੇ ਉਹ ਟ੍ਰੇਲਰ ਹੁੰਦਾ, ਬੁਲਕ ਕਾਰਟ, ਹਾਰਸ ਕਾਰਟ, ਰਾਈਟ, ਇਹ ਸਾਰੇ ਕੀ ਹੁੰਦੇ ਆ, ਦੋ ਪਾਰਟਸ ਦੇ ਇੱਕ ਯੂਨਿਟ, ਬੁਲਕ ਕਾਰਟ, ਹਾਰਸ ਕਾਰਟ ਵਗੈਰਾ, ਠੀਕ। ਚਲੋ ਜੀ, next one is with one person having 2 nouns, with one person having 2 nouns ਕੀ ਮਤਲਬ ਹੋਇਆ, with one person having 2 nouns, माइक चाहिए इसके साथ ना, आवाज़ कम रहती है, having 2 nouns ਕੀ ਮਤਲਬ ਹੈ ਇਸ ਚੀਜ਼ ਦਾ, my mother and mentor, ਗੁਰੂ ਹੈ ਨਾ, ਮੇਰੇ ਮਦਰ ਔਰ ਮੈਂਟੋਰ ਹੁੰਦੇ ਹੈ ਜਿਹੜੇ ਕਿ ਆਪਾਂ ਨੂੰ ਸੁਧਾਰਦੇ ਹੈ, ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਅੱਛਾ ਗਾਈਡ ਦਾ ਰੋਲ ਪਲੇ ਕਰਦੇ ਹੈ, ਰਾਈਟ। ਮਾਈ ਮਦਰ ਐਂਡ ਮੈਂਟੋਰ, ਇਹਦਾ ਮਤਲਬ ਕਿ ਮੇਰੀ ਮਾਂ ਹੀ ਉਹੀ ਹੈ ਜੋ ਗੁਰੂ ਹੈ, ਜਿਹਦੇ ਬਾਰੇ ਮੈਂਟਰ ਬਾਰੇ ਗੱਲ ਹੋ ਰਹੀ ਹੈ। ਡੈਸ਼ ਹੇਅਰ, ਇਹਦੇ ਨਾਲ ਇਨ ਕੰਟਰਾਸਟ ਇਹ ਹੁੰਦੇ, ਮਾਈ ਮਦਰ and my mentor, dash here, and mentor is here। ਜੇ ਹੁੰਦਾ my mother and my mentor ਤਾਂ ਕੀ ਆਂਦਾ, ਉਹ ਦੋ ਜਣੇ ਹੋ ਗਏ, ਮਦਰ ਵੀ ਹੋ ਗਈ ਤੇ ਮੈਂਟੋਰ, ਮਤਲਬ ਦੋ ਜਣੇ ਹੈ, ਮਦਰ ਅਲੱਗ ਹੈ, ਮੈਂਟੋਰ ਅਲੱਗ ਹੈ, ਠੀਕ ਹੈ। ਸੋ ਮਾਈ ਮਦਰ ਐਂਡ ਮਾਈ ਮੈਂਟੋਰ, ਉੱਥੇ ਕੀ ਆਏਗਾ, ਆਰ ਹੇਅਰ, ਰਾਈਟ। ਸੈਕਿੰਡ ਵਾਲੇ 'ਚ ਕੀ ਆਏਗਾ, ਮਾਈ ਮਦਰ ਐਂਡ ਮਾਈ ਮੈਂਟਰ ਆਰ ਹੇਅਰ, ਇੱਥੇ ਆਰ ਆ ਜਾਏਗਾ ਕਿਉਂਕਿ ਇਹ ਇੱਕ ਪਰਸਨ ਹੈ ਔਰ ਇਹ ਦੂਸਰਾ ਪਰਸਨ ਹੈ, ਯਾਨੀ ਕਿ ਇੱਥੇ ਕਿਹੜੇ ਜਣੇ ਐਗਜ਼ਿਸਟ ਕਰ ਰਹੇ ਹੈ, ਦੋ ਲੇਡੀਜ਼ ਐਗਜ਼ਿਸਟ ਕਰ ਰਹੀਆਂ ਜਾਂ ਦੋ ਪਰਸਨਸ ਐਗਜ਼ਿਸਟ ਕਰ ਰਹੇ ਹੈ, ਇੱਕ ਤਾਂ ਮੇਰੀ ਮਦਰ ਤੇ ਇੱਕ ਮੇਰੇ ਮੈਂਟੋਰ, ਰਾਈਟ। ਇਹਦਾ ਮਤਲਬ ਉੱਥੇ ਦੋ ਜਣੇ ਸੀ, ਲੇਕਿਨ ਪਹਿਲੀ ਕੰਡੀਸ਼ਨ ਦੇ ਵਿੱਚ ਮਾਈ ਮਦਰ ਐਂਡ ਮੈਂਟੋਰ ਮੀਨਸ ਦੇ ਆਰ ਦਾ ਸੇਮ ਪਰਸਨ, ਮੇਰੇ ਮਦਰ ਹੀ ਮੇਰੇ ਮੈਂਟੋਰ ਹਨ, ਇੱਕ ਹੀ ਪਰਸਨ ਐਗਜ਼ਿਸਟ ਕਰ ਰਿਹਾ ਹੈ, ਰਾਈਟ।
सो ਉੱਪਰ ਵਾਲੇ ਦੇ ਵਿੱਚ ਮਾਈ ਮਦਰ ਐਂਡ ਮੈਂਟਰ ਇਜ਼ ਹੇਅਰ ਆਏਗਾ ਮਾਈ ਮਦਰ ਐਂਡ ਮਾਈ ਮੈਂਟਰ ਆਰ ਹੇਅਰ ਆਏਗਾ ਉਹ ਆਪਾਂ ਆਰ ਦੇ ਹਲੇ ਕੰਡੀਸ਼ਨਸ ਨੂੰ ਡਿਸਕਸ ਨਹੀਂ ਕਰ ਰਹੇ ਹਾਂ ਮੇਰੀ ਆਵਾਜ਼ ਦੇ ਵਿੱਚ ਕੁਝ ਕਲੈਰਿਟੀ ਆਈ ਹੈ ਪਹਿਲਾਂ ਨਾਲੋਂ ਕਿ ਨਹੀਂ ਕਿ ਸੇਮ ਚੱਲ ਰਹੀ ਹੈ ਇਜ਼ ਇਟ ਬੈਟਰ ਔਰ ਦ ਸੇਮ okay now next condition is neither nor either or 13th condition neither nor either or neither dot 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 nor मतलब दोनों विचों कोई भी नहीं either डॉट 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 और मतलब दोनों विचों कोई एक ठीक आइदर और नाइदर नॉर नॉर आइदर और राइट ना ही उन्हां चों कोई दोनों चों कोई भी नहीं आइदर और मीन्स दोनों चों कोई एक नाइदर neither tea nor coffee dash good ਨਾ ਤਾਂ ਚਾਹ ਚੰਗੀ ਹੈ ਅਤੇ ਨਾ ਹੀ ਕੌਫੀ yes is good that is correct yes neither tea nor coffee is good right either he or she dash coming ਜਾਂ ਤਾਂ ਉਹ ਆ ਰਿਹਾ ਹੈ ਜਾਂ ਉਹ ਆ ਰਹੀ ਹੈ ਕੀ ਆਏਗਾ ਜਾਂ ਤਾਂ ਉਹ ਆ ਰਿਹਾ ਹੈ ਜਾਂ ਉਹ ਆ ਰਹੀ ਹੈ ਜਾਂ ਉਹ ਆ ਰਹੇ ਹਨ ਨਹੀਂ ਹੋਏਗਾ ਰਾਈਟ so either she is coming or he is coming right अगला 14th condition है I hope everything is good till here everything could be understood all good chalo that's perfect now the next condition is with each 14th condition with is when we use it with each of you dash hard working ਤੁਹਾਡੇ ਚੋਂ ਹਰ ਇੱਕ ਮਿਹਨਤੀ ਹੈ ਮਿਹਨਤੀ ਹਨ ਨਹੀਂ each of you dash hard working yes ਕੀ ਆਏਗਾ is right each of you is hard working 15th condition with every right each ਹੁੰਦਾ ਇੱਕ ਇੱਕ every means ਥੋੜਾ generalize ਹੋ ਜਾਂਦਾ ਹੈ यानी कि हर एक right so every one dash clapping yes everyone dash clapping क्या आएगा is या am या are everyone is clapping right हर एक सारे जने हर एक जना clap कर रहा है right next one is with the name of the book ending in s 16th with the name of the book ending in s with name of book ending in s ਜਿਵੇਂ ਸਬਜੈਕਟ ਐਂਡਿੰਗ ਇਨ ਐਸ ਸੀਗਾ ਇਸੇ ਤਰੀਕੇ ਨਾਲ ਨੇਮ ਆਫ ਦਾ ਬੁੱਕ ਐਂਡਿੰਗ ਇਨ ਐਸ ਐਗਜ਼ਾਮਪਲ ਕੀ ਲੈ ਸਕਦੇ ਹਾਂ ਬਹੁਤ ਕਾਮਨ ਐਗਜ਼ਾਮਪਲ ਹੈਗੀ ਹੈ ਗੁਲੀਵਰਸ ਟਰੈਵਲਸ ਹੈ ਨਾ ਸੋ ਜੇ ਗੁਲੀਵਰਸ ਟਰੈਵਲਸ ਦੀ ਆਪਾਂ ਗੱਲ ਕਰਾਂਗੇ ਗੁਲੀਵਰਸ ਟਰੈਵਲਸ ਇੱਥੇ ਸਿੰਗਲ ਕੌਮਾ ਪਾਵਾਂਗੇ ਆਪਾਂ ਬਿਕਾਜ਼ ਇਟਸ ਦ ਟਾਈਟਲ ਆਫ ਦ ਬੁੱਕ ਗੁਲੀਵਰਸ ਟਰੈਵਲਸ ਰਾਈਟ ਗੁਲੀਵਰਸ ਟਰੈਵਲਸ dash a good book हाँ जी की आ जाएगा
Is. इज, Is. ठीक है। स्विफ्ट ने लिखी सी ये बुक गुलिवर्स ट्रैवल्स इज अ गुड बुक, राइट। 17 ਕੰਡੀਸ਼ਨਸ, ਜਦੋਂ 17 ਕੰਡੀਸ਼ਨ ਦੇ ਵਿੱਚ ਜਦੋਂ ਐਜ਼ ਵੈਲ ਐਜ਼ ਦੇ ਨਾਲ ਕੋਈ ਐਜ਼ ਵੈਲ ਐਜ਼ ਦੇ ਨਾਲ ਕੰਜੰਕਸ਼ਨ ਜੁੜੀ ਹੋਵੇ, ਜਿਵੇਂ ਆਇਰਨ as well as coal dash found in Bihar. Yes, ਕੀ ਆਏਗਾ ਜੇ ਹੁੰਦਾ ਆਇਰਨ ਐਂਡ ਕੋਲਡ, ਆਇਰਨ ਐਂਡ ਕੋਲ, ਫਿਰ ਕੀ ਆਣਾ ਸੀ, ਫਿਰ ਉਹ ਦੋ ਚੀਜ਼ਾਂ ਬਣ ਜਾਂਦੀਆਂ। ਲੇਕਿਨ ਆਇਰਨ ਵੀ ਬਿਹਾਰ ਦੇ ਵਿੱਚ ਮਿਲਦਾ ਹੈ, ਯੈਸ ਦੈਟ ਇਜ਼ ਕਰੈਕਟ, ਤੇ ਕੋਲ ਵੀ ਬਿਹਾਰ ਦੇ ਵਿੱਚ ਮਿਲਦਾ ਹੈ। ਸੋ ਆਇਰਨ ਐਜ਼ ਵੈਲ ਐਜ਼ ਕੋਲ ਇਜ਼ ਫਾਊਂਡ ਇਨ ਬਿਹਾਰ, ਠੀਕ ਹੈ। ਉਸ ਤੋਂ ਬਾਅਦ ਲਾਸਟ ਕੰਡੀਸ਼ਨ 18th ਕੰਡੀਸ਼ਨ, ਦੈਟ ਇਜ਼ ਵੈਨ ਵੀ ਟਾਕ ਅਬਾਊਟ ਦਾ ਕੁਆਲਿਟੀ। ਸੋ ਆਪਾਂ ਕਵਾਂਗੇ the quality of this apparel ਹੁੰਦਾ outfit, dress, ਠੀਕ ਹੈ। the clothing, the quality of these dresses। ਹੁਣ ਦੇਖਿਆ ਜਾਏ ਤਾਂ these dresses ਤਾਂ plural ਹੈ, ਲੇਕਿਨ ਆਪਾਂ ਟਾਕ ਕਿਹਦੇ ਬਾਰੇ ਗੱਲ ਕਿਹਦੇ ਬਾਰੇ ਕਰ ਰਹੇ ਹਾਂ, ਕਿਹਦੇ ਬਾਰੇ ਕਰ ਰਹੇ ਹਾਂ, the quality of these Quality. dresses, quality ਦੀ ਗੱਲ ਕਰ ਰਹੇ ਹਾਂ ਨਾ। ਸੋ ਕੁਆਲਿਟੀ ਤੇ ਜ਼ੋਰ ਆ ਰਿਹਾ ਸਾਰਾ, ਫੋਕਸ ਇਜ਼ ਔਨ ਕੁਆਲਿਟੀ, ਤੇ ਕੁਆਲਿਟੀ ਇਜ਼ ਗੁੱਡ। ਹੁਣ ਜਿੱਥੇ ਜਿੱਥੇ ਇਸ ਦਾ ਯੂਸੇਜ ਆਇਆ ਹੈ ਉੱਥੇ ਉੱਥੇ ਆਪਾਂ was ਦਾ ਯੂਸੇਜ ਕਰ ਸਕਦੇ ਹਾਂ ਐਜ਼ ਪਰ ਦਾ ਟੈਂਸ, ਠੀਕ ਹੈ। ਸੋ is and was are used interchangeably as per the condition of the tense, present and this is in past। so ਇਹ ਸਾਰੀਆਂ ਕੰਡੀਸ਼ਨਸ ਇਸ ਦੇ ਲਈ ਵੀ ਉਨੀਆਂ ਹੀ ਲਾਗੂ ਹੁੰਦੀਆਂ ਹਨ ਜਿੰਨੀਆਂ ਕਿ was ਦੇ ਲਈ। I hope all good till here। so you will go through it for once and you will let me know in case you still face a problem so that we can go further, right। now let's come to plural helping verbs। has ਦਾ ਜਿਹੜਾ ਯੂਸੇਜ ਹੈਗਾ ਜਿਸ ਟੈਂਸ ਦੇ ਵਿੱਚ ਆਪਾਂ ਸਿੰਗੂਲਰ, ਇਹ ਸਾਰੀਆਂ ਕੰਡੀਸ਼ਨਸ ਦੇ ਵਿੱਚ ਜਿੱਥੇ ਜਿੱਥੇ ਟੈਂਸ ਦੇ ਵਿੱਚ ਚੁੱਕਿਆ ਹੈ ਵਰਡ ਯੂਜ਼ ਹੋਏਗਾ ਉੱਥੇ ਵੀ ਹੈਜ਼ ਦਾ ਯੂਸੇਜ ਹੀ ਹੋਏਗਾ। ਜਿਵੇਂ the quality of these dresses has been good, right। he as well as she has arrived, right। so ਜਿੱਥੇ ਜਿੱਥੇ has ਦਾ ਯੂਸੇਜ ਹੋਏਗਾ ਉਹ ਸਾਰੀਆਂ ਕੰਡੀਸ਼ਨਸ ਵੀ ਇਹੀ ਰਹਿਣਗੀਆਂ, ਲੇਕਿਨ ਉੱਥੇ ਸਿਰਫ ਟੈਂਸ ਦੇ ਅਕੋਰਡਿੰਗਲੀ ਜਿੱਥੇ ਜਿੱਥੇ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਯੂਜ਼ ਕਰਾਂਗੇ ਉੱਥੇ ਹੈਜ਼ ਦਾ ਯੂਸੇਜ ਹੋਏਗਾ, ਠੀਕ ਹੈ। ਨਾਓ ਕਮਿੰਗ ਟੂ ਪਲੂਰਲ ਕੈਟੇਗਰੀ ਆਫ ਹੈਲਪ ਵਰਬਸ, ਪਲੂਰਲ ਹੈਲਪਿੰਗ ਵਰਬਸ। ਨੈਕਸਟ ਪੇਜ ਤੋਂ ਸ਼ੁਰੂ ਕਰ। ਪਲੂਰਲ helping verbs, right। plural ਦਾ ਕੀ ਮਤਲਬ ਹੋਇਆ, are ਵੀ ਹੋ ਸਕਦਾ ਹੈ, ਹੋਰ ਕੀ ਹੋ ਸਕਦਾ ਹੈ, were ਵੀ ਹੋ ਸਕਦਾ ਹੈ। are ਸਾਰੀਆਂ present conditions ਚ ਆਏਗਾ, were ਸਾਰੀਆਂ past conditions ਚ ਆਏਗਾ, have ਸਾਰੇ present perfect conditions ਚ ਆਏਗਾ, ਤੇ have been ਉੱਥੇ ਵੀ has been ਲਗਾ ਸਕਦੇ ਸੀ ਆਪਾਂ। ਸੋ ਉੱਥੇ ਮੈਂ has been ਵੀ ਲਿਖ ਦਿੰਦੀ, has ਜਾਂ has been, so that you don't get confused, right। is, am, are, was, were नहीं, is, am, are, was, has been, right। has been, has been। ज़्यादातर been उस जगह ते लगाया जाता है जिथे कि present perfect continuous आएगा। have been भी present perfect continuous च यूज़ हो सकता है या फिर passive voice दे विच, ठीक। now moving further into plural helping verbs topic।
ਇੱਥੇ ਕੀ ਹੁੰਦਾ ਹੈ ਕਿੰਨਾ ਕੰਡੀਸ਼ਨਸ ਦੇ ਨਾਲ ਆਪਾਂ ਆਰ ਜਾਂ ਵਰ ਦਾ ਯੂਸੇਜ ਕਰਦੇ ਹਾਂ ਇਜ਼ ਸੌਰੀ ਆਈ ਹੀ ਸ਼ੀ ਇਟ ਸਿੰਗੂਲਰ ਹੋ ਚੁੱਕਿਆ ਹੁਣ ਆ ਗਿਆ ਵੀ ਪਹਿਲੀ ਕੰਡੀਸ਼ਨ ਕੀ ਆ ਗਈ ਵੀ ਵੀ ਹੋਰ ਕੀ ਹੋ ਸਕਦਾ ਹੈ ਯੂ they and plural right ਇਸ ਸਾਰੀਆਂ ਕੰਡੀਸ਼ਨਸ ਦੇ ਨਾਲ ਬੇਟਾ ਕੀ ਯੂਜ਼ ਹੋਏਗਾ are ਜਾਂ were ਜਾਂ have been right so we dash playing ਕੀ ਆ ਸਕਦਾ ਹੈ we are playing we were playing we have been playing yes and we have ਦੇ ਨਾਲ third form ਆ ਜਾਏਗੀ we have played ਲੇਕਿਨ ਇਨ੍ਹਾਂ ਚਾਰਾਂ ਚੋਂ ਹੀ ਕੁਝ ਲੱਗੇਗਾ ਰਾਈਟ ਇਸ ਤੋਂ ਬਾਅਦ you ਦੇ ਨਾਲ ਵੀ ਸੇਮ you are playing ਜਾਂ you were playing ਰਾਈਟ ਦੇ ਨਾਲ ਵੀ they are playing ਜਾਂ they were playing plural ਦੇ ਨਾਲ ਵੀ they were playing ਜਾਂ they are playing ਜਾਂ they have been playing right so all these conditions with we you they and plural subjects we make use of plural helping verbs all good till here now next one is a number of with plural nouns second condition a number of plus plural nouns plural noun ਜੇ ਮੰਨ ਲਓ ਇੱਕ ਜ਼ੂ ਦੇ ਵਿੱਚ ਬਹੁਤ ਸਾਰੇ ਟੂਰਿਸਟਸ ਆ ਗਏ ਤਾਂ ਆਪਾਂ ਕੀ ਕਵਾਂਗੇ a number of people ਜਾਂ tourists people dash turning up tomorrow मतलब कल योगा डे है इंटरनेशनल योगा डे तो बहुत सारे लोग आ रहे हैं टर्न अप का मतलब हुंदा है आना कमिंग राइट सो टर्निंग अप मीन्स coming to attend some event right so turning up means coming तो इत्थे की आ जाएगा बेटा yes please a number of people are coming are turning up tomorrow were turning up tomorrow have been turning up tomorrow या इथे have turned up नहीं आएगा because we are talking about tomorrow the coming day so ਜਿਹੜਾ ਚੀਜ਼ ਹੋ ਚੁੱਕਿਆ ਹੈ ਉਹਦੇ 'ਚ ਆਪਾਂ have ਦਾ ਇੱਥੇ ਯੂਸੇਜ ਇਸ ਸੈਂਟੈਂਸ 'ਚ ਨਹੀਂ ਕਰ ਸਕਦੇ ਲੇਕਿਨ a number of people have arrived on the venue ठीक है ना सो बहुत सारे लोग वेन्यू ते पहुंच चुके हैं हाँ जी बेटा एक मिनट a number of people are turning up tomorrow इतने वर भी नहीं यूज़ हो सकता वर टर्निंग अप टमोरो आ रहे सन कल आ रहे सन है ना सो हैव बिन टर्निंग अप टमोरो हो सकता है या विल हैव बिन टर्निंग अप टमोरो नेक्स्ट वन इज़ थर्ड कंडीशन दे विच आ गया names of things which have two parts ਜਿਵੇਂ ਕਿ ਐਨਕ ਦੇ ਦੋ ਪਾਰਟਸ ਹੁੰਦੇ ਲੈਫਟ ਸਾਈਡ ਰਾਈਟ ਸਾਈਡ ਦੋ ਕਮਾਨੀਆਂ ਹੈਗੀਆਂ ਰਾਈਟ ਦੋ ਸ਼ੀਸ਼ੇ ਹੈਗੇ ਆ ਸੋ ਸਪੈਕਟੀਕਲਸ ਕਹਿੰਦੇ ਆਪਾਂ ਸਿਮਿਲਰਲੀ ਕੈਂਚੀ ਨੂੰ ਆਪਾਂ ਸਿਜ਼ਰਸ ਕਹਿੰਦੇ ਆ ਰਾਈਟ ਸਿਮਿਲਰਲੀ ਟਰਾਊਜ਼ਰਸ ਪੈਂਟਸ ਪਾਇਜਾਮਾਸ ਜੀਨਸ ਸੋ ਇਹ ਸਾਰੀਆਂ ਚੀਜ਼ਾਂ ਦੇ ਇੱਕ ਪੇਅਰ ਹੈਗਾ ਜਿਹਦੇ ਨਾਲ ਉਹ ਕਨਸਟੀਟਿਊਟ ਹੁੰਦੀ ਹੈ ਇੱਕ ਸਿੰਗਲ ਚੀਜ਼ that's why for those we make use of plural helping verb ਜਿਵੇਂ ਕਿ you know names of things having two parts ਜਿਵੇਂ my trousers dash
टाइट की आ जाएगा, माई ट्राउजर्स डैश टाइट की आ जाएगा, आर टाइट, राइट राइट। माई पाजामाज आर टाइट, माई जीन्स आर टाइट। सो आप जीन्स ये नहीं कहेंगे वो मेरी जीन कित्थे है, जीन मीन्स जीन्स प्लूरल, राइट। नेक्स्ट वन इज वेरी इंटरेस्टिंग वन, इत्थे मैं होर चीज़ां लिखदा, सिजर्स हो सकदी हैं, सिजर्स, then jeans, then टाइटीज़ या शॉर्ट्स हो सकती हैं, शॉर्ट्स, टाइट्स, पायजामाज, पैंट्स, पायजामा, पैंट्स, then that's all, etc. right? हाँ जी। फोर्थ कंडीशन केड़ी आ गई, विद पुलिस। पुलिस, पुलिस दे ਲਈ ਆਪਾਂ द पुलिस हैव अराइव्ड, द पुलिस आर कॉल्ड upon, राइट। ਇਹ ਨਹੀਂ ਕਵਾਂਗੇ ਪੁਲਿਸ ਨੂੰ ਬੁਲਾ ਲਿਆ ਜੀ, ਆ ਰਹੀ ਹੋਣੀ ਹੈ, ਆਪਾਂ ਤਾਂ ਇਹ ਕਹਿੰਦੇ ਨਾ ਆ ਰਹੀ ਹੋਣੀ ਹੈ, ਪੁਲਿਸ ਆ ਰਹੀ ਹੈ। ਪਰ ਐਕਚੁਅਲੀ ਇੰਗਲਿਸ਼ ਦੇ ਵਿੱਚ ਪੁਲਿਸ ਇਜ਼ ਯੂਜ਼ਡ ਇਨ ਦ ਪਲੂਰਲ ਸੈਂਸ। ਜਿਹੜਾ ਜੇ ਆਪਾਂ ਇਹ ਕਹੀਏ ਪੁਲਿਸਮੈਨ ਤਾਂ ਦੈਟ ਇਜ਼ ਸਿੰਗੂਲਰ, but if we are talking about general police, then we are talking about it in a plural sense. So never ever commit this error, right? 100 persons, right? There are 2 persons. My mother, single person. Another person is my mentor. Matlab there are 2 people who I can see. They both are here. For example, एक और ले लेना है, the poet and the guide की आएगा, and the guide dash coming are, right? Because there are 2 persons, right? Now next one is either or, ਜਿਵੇਂ neither nor ਕੀਤਾ ਸੀ, either or ਕੀਤਾ ਸੀ, same either or depending upon ਕਿ ਉਹਦੇ ਨਾਲ ਕਿਹੜਾ subject use ਹੋ ਰਿਹਾ ਹੈ, singular subject ਹੈ, singular noun ਹੈ ਜਾਂ plural noun ਹੈ। For example, either he or they dash at fault, ਜਾਂ ਤਾਂ ਉਸ ਪਰਸਨ ਦਾ ਕਸੂਰ ਹੈ, ਇੱਕ ਪਰਸਨ ਦਾ ਹੀ ਦਾ ਕਸੂਰ ਹੈ ਜਾਂ ਦੇ ਦਾ ਕਸੂਰ ਹੈ। ਸੋ ਇੱਥੇ law of proximity ਯੂਜ਼ ਹੋਏਗਾ, that's called law of proximity. law of proximity ਕੀ ਕਹਿੰਦਾ ਹੈ ਕਿ ਫਿਲਅਪ ਦੇ ਨੇੜੇ ਜਿਹੜਾ ਸਬਜੈਕਟ ਹੈ ਉਹ ਸਿੰਗੂਲਰ ਨਾਊਨ ਹੈ ਜਾਂ ਪਲੂਰਲ ਨਾਊਨ ਹੈ ਤਾਂ ਉਹਦੇ ਅਕੋਰਡਿੰਗਲੀ ਫਿਲਅਪ ਭਰਾਂਗੇ। ਗॉट इट? सो इत्थे की आएगा, ईदर ही और दे डैश एट फॉल्ट की आ जाएगा, आर। जे हुंदा ईदर दे और ही डैश एट फॉल्ट की आ जाएगा, ही दे नाल की लगेगा, is, right, he is at fault. So this is the difference. This is called law of proximity. Got it? So law of proximity यही होता है। Got it? ਹੁਣ similarly either or ਦੀ ਗੱਲ ਕੀਤੀ ਸੀ ਤਾਂ neither nor ਕਿਸ ਤਰ੍ਹਾਂ ਪਿੱਛੇ ਰਹਿ ਸਕਦਾ ਹੈ, neither nor or neither nor, neither dot 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 nor, right? neither he nor they डैश फॉल्ट की आ जाएगा, डैश एट फॉल्ट। हाँ जी, ना तो ਉਹਦਾ कसूर है ना ਉਹਨਾਂ ਦਾ कसूर है, राइट? दे आर एट फॉल्ट। ठीक है, ਇਹਦਾ ਮਤਲਬ ਇਹ ਹੋਇਆ ਕਿ ਫਿਲਅਪ ਦੇ ਨੇੜੇ ਜਿਹੜਾ ਵੀ ਨਾउन ਲੱਗਿਆ ਹੋਇਆ ਹੈ ਉਹਦੇ ਅਕੋਰਡਿੰਗਲੀ ਫਿਲਅਪ ਦੇ ਵਿੱਚ ਸਿੰਗੂਲਰ ਜਾਂ ਪਲੂਰਲ ਹੈਲਪਿੰਗ ਵਰਬ ਭਰਿਆ ਜਾਵੇਗਾ।
10th condition, for example, members, members of something, members of, for example, members of the family हो सकता है, members of the parliament हो सकता है, ठीक है. The members of this family dash good की आ जाएगा, dash good की आएगा. ਹੁਣ this family ਤਾਂ singular ਹੈ, लेकिन focus ਕਿਹਦੇ ਤੇ ਹੈ, members ਤੇ, ठीक है ना. ਆਪਾਂ ਗੱਲ ਕਰ ਰਹੇ ਹਾਂ yes are good. ਤੇ ਜੇ ਹੁੰਦਾ this family dash good, ਫਿਰ ਕੀ ਆਂਦਾ, this family dash good, ਫਿਰ ਕੀ ਆਂਦਾ, is, this family is good. ਸੋ ਇਸ ਤਰ੍ਹਾਂ ਇਹ ਵੀ ਫਿਰ ਉਹੀ ਗੱਲ ਆ ਗਈ ਜਿਹੜੀ ਕਿ ਆਪਾਂ this family is good ਦੇ ਵਿੱਚ law of proximity यूज़ ਹੋਇਆ, ਲੇਕਿਨ ਉੱਪਰ exceptional case ਆ ਗਿਆ, members ਦੇ ਉੱਤੇ ਫੋਕਸ ਹੋਣ ਕਰਕੇ ਆਪਾਂ are ਦਾ ਯੂਸੇਜ ਕੀਤਾ. ਹਾਂ 11th ਲਾਸਟ ਕੰਡੀਸ਼ਨ, the man, ਐਗਜ਼ਾਮਪਲ ਨਾਲ ਹੀ ਲੈ ਰਹੀ ਹਾਂ, ਫਿਰ law of proximity ਦੀ ਗੱਲ ਆਏਗੀ. the men and women dash run away, ਭੱਜ ਗਏ ਹਨ. ਮੈਨ ਵੀ ਭੱਜ ਗਿਆ ਹੈ ਤੇ ਵਿਮਨ ਵੀ ਭੱਜ ਗਈ ਹੈ, ਭੱਜ ਗਏ ਹਨ ਯਾਨੀ ਕਿ ਹੈ ਨਾ, ਭੱਜ ਗਈਆਂ ਹਨ. ਤਾਂ ਇੱਥੇ ਕੀ ਆਏਗਾ, ਨੋ ਇਜ਼ ਐਮ ਆਰ ਚੋਂ ਨਹੀਂ ਆਣਾ, ਕਿਉਂਕਿ ਰਨ ਇਜ਼ ਥਰਡ ਫਾਰਮ ਆਫ ਵਰਬ, ਥਰਡ ਫਾਰਮ ਆਫ ਵਰਬ ਦੇ ਨਾਲ ਇਜ਼ ਐਮ ਆਰ ਨਹੀਂ ਆ ਸਕਦਾ ਇੱਥੇ. ਤਾਂ ਕੀ ਆ ਜਾਏਗਾ, ਹੈਵ. ਯੈਸ, ਜੇ ਹੁੰਦਾ ਦ ਵਿਮਨ, ਪਲੂਰਲ ਆ ਗਿਆ ਵਿਮਨ ਐਂਡ ਮੈਨ, ਤਾਂ ਕੀ ਹੁੰਦਾ, ਐਂਡ ਮੈਨ ਡੈਸ਼ ਰਨ ਅਵੇ, ਤਾਂ ਕੀ ਆਂਦਾ, ਸ਼ਾਬਾਸ਼. the women and men, the women and men, women ਵੀ ਭੱਜ ਗਈਆਂ ਹਨ ਅਤੇ man ਵੀ ਭੱਜ ਗਿਆ ਹੈ. so it depends upon the sentence. the women and men, ਇੱਥੇ law of proximity use ਹੋ ਜਾਏਗਾ, has run away, women have run away and man also has run away. ठीक है. एक होर कंडीशन आ गई सी, मेरे दिमाग च आ रही सी, the officer and his soldiers, the officer and his soldiers, and his soldiers dash working hard, की आ जाएगा, शाबाश. the officer and his soldiers, the officer and his soldiers, शाबाश. की आ जाएगा, is am are, right. जे हो जाता the officer with his soldiers, फिर की आंदा, लास्ट कंडीशन है बेटा, with his soldiers, मतलब ऑफिसर अपने सोल्जर्स दे नाल कड़ी मेहनत कर रहा है, डैश वर्किंग हार्ड, की आएगा, is. क्यों, क्योंकि with है. सो दैट इज ऑल अबाउट सब्जेक्ट वर्ब अग्रीमेंट. ठीक है, हुण इहदी एक्सरसाइज भेज दी मैं, अज साडे गेस्ट सारे